मैं हरमीत सिंह कादियाँ ਪ੍ਰੈਜ਼ੀਡੈਂਟ ਪੰਜਾਬ ਪੀਕੇਯੂ ਕਾਦੀਆਂ। ਅੱਜ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਜਿਹੜੇ ਸਰਕਾਰ ਨੇ ਇਹ 3 ਲਾਅ ਬਣਾਏ ਨੇ ਤੇ 2 ਆਰਡੀਨੈਂਸ ਜਿਹਦੀ ਲੜਾਈ ਤੁਹਾਨੂੰ ਸਾਰਿਆਂ ਨੂੰ ਪਤਾ ਕੁੰਡਲੀ ਬਾਰਡਰ ਤੇ ਨਾਲ ਦੇ ਹੋਰ 4 ਬਾਰਡਰਾਂ ਦੇ ਉੱਤੇ ਲਗਾਤਾਰ ਕਿਸਾਨ ਆਪਣਾ ਰਾਤਾਂ ਕੱਟ ਰਹੇ ਨੇ। ਉੱਦਾਂ ਹੀ ਅਸੀਂ ਆਪਣੇ ਸੰਘਰਸ਼ ਵਿੱਚ ਸ਼ਾਮਲ ਹਾਂ ਤੇ ਸਰਕਾਰ ਸਾਨੂੰ ਇਸ ਗੱਲ ਤੇ ਹੁਣ ਆਈ ਹੋਈ ਆ ਵੀ ਯੈਸ ਔਰ ਨੋ ਨੂੰ ਸਾਡਾ ਲੈ ਕੇ ਇੱਕ ਆਪਣਾ ਏਜੰਡਾ ਬਣਾ ਕੇ ਉਸ ਤੋਂ ਬਾਅਦ ਨਾ ਕੋਈ ਮੀਟਿੰਗ ਦੇਣੀ ਨਾ ਗੱਲਬਾਤ ਕਰਨੀ, ਕਿਉਂਕਿ ਜਦੋਂ ਸਾਡੀਆਂ ਦੌਰ ਦੀਆਂ 5 ਮੀਟਿੰਗਾਂ ਹੋਈਆਂ ਨੇ ਉਹਦੇ 'ਚ ਇੱਕ ਪੁਆਇੰਟ 'ਤੇ ਡਿਸਕਸ਼ਨ ਕਰ ਲਈ ਆ ਤੇ ਨੌਨ ਆਨਸਰੇਬਲ ਸਾਡੀਆਂ ਰਹਿ ਗਈਆਂ ਨੇ ਜਿਹੜੀਆਂ ਸਰਕਾਰਾਂ। 2 ਮਿਨਿਸਟਰ ਸੀਗੇ, ਤੀਜੇ ਸਟੇਟ ਮਿਨਿਸਟਰ ਬੈਠੇ ਨੇ, ਅਫਸਰ ਸਾਹਿਬ ਬੈਠੇ, ਕੋਈ ਉਹਨਾਂ ਤੋਂ ਜਵਾਬ ਨਹੀਂ ਦੇ ਸਕੇ। ਅੱਜ ਵੀ ਉਹ ਮਤਲਬ ਸਾਡੇ ਲਾਅ ਤੇ ਇੱਕ ਵਰਡ ਤੇ ਜੇ ਗੱਲ ਕਰਨੀ ਸ਼ੁਰੂ ਕਰ ਲਈਏ ਉਹਨਾਂ 'ਚੋਂ ਆਪਾਂ ਅੱਜ ਗੱਲ ਕਰਦੇ ਹਾਂ ਜਿਵੇਂ ਕੰਟਰੈਕਟ ਫਾਰਮਿੰਗ ਤੇ ਉਹਨਾਂ ਨੇ ਲਾਅ ਬਣਾਏ ਹੋਏ ਨੇ ਜਿਨ੍ਹਾਂ ਦੇ ਅਸੀਂ ਵਿਰੋਧ ਕਰ ਰਹੇ ਹਾਂ ਵੀ ਕਾਨੂੰਨ ਇਹ ਵਾਪਸ ਲਿੱਤੇ ਜਾਣ। ਕੰਟਰੈਕਟ ਫਾਰਮਿੰਗ ਇੱਕ ਫਸਲ ਤੇ ਕੰਟਰੈਕਟ ਕਰਨਾ ਤੇ ਉਹ ਬਚਾਉਣੀ ਤੇ ਉਹਨੂੰ ਬਾਅਦ 'ਚ ਪੇ ਆਫ ਲੈਣਾ ਕੰਪਨੀਜ਼ ਨੇ। ਇਹ 2002 ਦੇ ਵਿੱਚ ਇੰਡੀਆ ਦੇ ਵਿੱਚ ਲਾਂਚ ਕੀਤਾ ਤੇ ਜਦੋਂ ਹੀ ਸਾਲ 2 ਸਾਲ ਦੇ ਵਿੱਚ ਇਹ ਫਲੋਪ ਬਹੁਤ ਵੱਡਾ ਫਲੋਪ ਹੋ ਗਿਆ ਸੀ, ਕਿਉਂਕਿ ਬਹੁਤ ਵੱਡੇ ਘਾਟੇ ਫਾਰਮਰਸ ਨੂੰ ਪਏ। ਜਦੋਂ ਵੀ ਇਹ ਆਪਣਾ ਕੰਟਰੈਕਟ ਫਾਰਮਿੰਗ ਕਰਾਉਂਦੇ ਆ ਸਾਡੇ ਤੋਂ ਕੋਈ ਫਸਲ ਲਗਾਉਂਦੇ ਆ ਆਪ ਦਾ ਸੀਡ ਦਾ ਇੰਨਾ ਜ਼ਿਆਦਾ ਰੇਟ ਕਰ ਦਿੰਦੇ ਆ ਜਿਹੜਾ ਕਿ ਤਿੱਗਣਾ ਜਾਂ ਚੌਗਣਾ ਹੁੰਦਾ ਆਮ ਮਾਰਕੀਟ ਪ੍ਰਾਈਸ ਨਾਲੋਂ, ਤੇ ਇੱਕ ਰੇਟ ਬੰਨ ਲੈਂਦੇ ਆ। ਜਿਵੇਂ ਇੱਕ ਸਪੋਜ਼ ਕਰੋ ਪੈਪਸੀ ਕੰਪਨੀ ਆਈ ਸੀ ਜਿਹਨੇ ਪੋਟੈਟੋ ਲਗਵਾਏ, ਉਹਨਾਂ ਨੇ ਆਪਣੇ ਪੋਟੈਟੋ ਲਗਵਾਏ ਤੇ ਉਦੋਂ ਰੇਟ ਸਾਡੇ ਤੋਂ ਸੀਡ ਦਾ 30 ਰੁਪਏ ਲਿੱਤਾ, ਕੰਟਰੈਕਟ ਸਾਡੇ ਨਾਲ ਕੀਤਾ 6 ਰੁਪਏ ਦਾ, ਤੇ 6 ਰੁਪਏ ਦਾ ਕੰਟਰੈਕਟ ਕਰਕੇ ਵੀ ਜਦੋਂ ਮਾਰਕੀਟ ਦੇ ਵਿੱਚ ਪੋਟੈਟੋ ਆ ਗਏ ਤਾਂ ਉਹ ਜਦੀ ਭੱਜ ਗਏ, ਕਿਉਂਕਿ ਰੇਟ ਡਾਊਨ ਹੋ ਗਏ ਸੀਗੇ, 3 ਤੋਂ 4 ਰੁਪਏ ਰੇਟ ਚੱਲ ਰਿਹਾ ਸੀਗਾ ਤੇ ਉਹ ਕੰਪਨੀ ਵਿੱਚੋਂ ਭੱਜ ਗਈ ਤੇ ਕਿਸਾਨ ਫੇਰ ਵੀ ਉਹਦੇ ਘਾਟੇ ਰਿਹਾ, ਕੋਈ ਸੀਡ ਇੰਨਾ ਮਹਿੰਗਾ ਲਾ ਕੇ ਵੀ ਉਹ ਨਾ ਵੇਚ ਸਕਿਆ। ਤੇ ਬਾਹਰ ਮੰਡੀ ਜਾ ਕੇ ਜਦੋਂ ਵੇਚਦਾ ਸੀਗਾ ਤਾਂ ਉਹ ਘੱਟ ਰੇਟ ਤੇ ਵਿਕਦਾ ਸੀਗਾ, ਕਾਫੀ ਕਿਸਾਨਾਂ ਨੂੰ ਉਹ 'ਚ ਘਾਟਾ ਪਿਆ। ਮੁੜ ਕੇ ਚਿਲੀ ਦੇ ਵਿੱਚ ਵੀ ਇਦਾਂ ਹੀ ਹੋਇਆ, ਕੰਪਨੀਜ਼ ਨੇ ਵੱਡੀ ਕੰਪਨੀਜ਼ ਨੇ ਚਿਲੀ ਦੇ ਕੀਤਾ। ਫਿਰ ਟਮੈਟੋ ਦੇ ਵਿੱਚ ਸੌਸ ਬਣਾਉਣ ਵਾਲੀਆਂ ਕੰਪਨੀਆਂ ਆਈਆਂ, ਉਹਨਾਂ ਨੇ ਕੰਟਰੈਕਟ ਕਰਾਏ। ਉਹ ਜਦੋਂ ਫਸਲ ਲਾਈ, ਫਸਲ ਲਾਉਣ ਤੋਂ ਵੇਲੇ ਉੱਦਾਂ ਹੀ ਸੀਡ ਮਹਿੰਗਾ ਦਿੱਤਾ। ਫਿਰ ਕਈ ਵਾਰੀ ਜੇ ਫਸਲ ਵਿਕ ਵੀ ਜਾਂਦੀ ਜੇ ਉਹ ਬਰਾਬਰ ਲੈ ਵੀ ਲੈਂਦੇ, ਫਿਰ ਪੇਮੈਂਟ ਦਾ ਮੋਡ ਆਫ ਪੇਮੈਂਟ ਕੋਈ ਬੰਨ੍ਹਵਾਂ ਨਹੀਂ ਸੀ। ਜਿਵੇਂ ਆਪਾਂ ਮੰਡੀਆਂ ਜਾਂਦੇ ਇੱਕ ਆੜ੍ਹਤੀਆ ਵਿਚਾਲੇ ਹੁੰਦਾ, ਉਹ ਆਪਣੀ ਸਰਵਿਸ ਪ੍ਰੋਵਾਈਡਰ ਹੁੰਦਾ, ਕੋਈ ਪੇਮੈਂਟ ਦਾ ਗਰੰਟਰ ਹੁੰਦਾ। ਜੇ ਕੋਈ ਖਰੀਦਦਾਰ ਕੋਈ ਲੈ ਕੇ ਵੀ ਜਾਂਦਾ ਆਪਾਂ ਆਪਣੀ ਪੇਮੈਂਟ ਇੱਕ ਆੜ੍ਹਤੀ ਤੋਂ ਲੈਂਦੇ ਆ ਤੇ ਉਹ ਆਪਾਂ ਨੂੰ ਆਪਣੀ ਪੇਮੈਂਟ ਦੇ ਦਿੰਦਾ। ਕੰਪਨੀ ਤੋਂ ਪੇਮੈਂਟ ਲੈਣੀ ਆੜ੍ਹਤੀ ਦਾ ਫਰਜ਼ ਰਹਿ ਜਾਂਦਾ। ਜੇ ਉਹ ਸਰਵਿਸ 2.5% ਦੀ ਲੈਂਦਾ ਵੀ ਹੈ ਤੇ ਇਹ ਜੋ ਡਾਇਰੈਕਟ ਪਰਚੇਜ਼ ਕਰਦੇ ਆ ਨਾ ਕੋਈ ਕੰਪਨੀ ਮਿਲਦੀ ਆ ਨਾ ਕੋਈ ਉਹਨਾਂ ਦਾ ਬੰਦਾ ਮਿਲਦਾ। ਜਦੋਂ ਜਾ ਕੇ ਕੋਈ ਕਿਸਾਨ ਜਾਂਦਾ ਵੀ ਸੀ ਪੇਮੈਂਟ ਲੈਣ ਤਾਂ ਦਰਵਾਜ਼ੇ ਦੇ ਅੰਦਰ ਹੀ ਨਹੀਂ ਮੈਨੇਜਰ ਵੜਨ ਦਿੰਦੇ। ਜੇ ਕੋਈ ਗੱਲ ਵੀ ਕਰ ਲੈਂਦੇ ਸੀਗੇ, ਗਰੁੱਪ ਆਫ ਸਾਡੀ ਜਥੇਬੰਦੀਆਂ ਜਾਂਦੀਆਂ ਵੀ ਸੀਗੀਆਂ ਬਣ ਕੇ ਵੀ ਪੇਮੈਂਟ ਕਿਸਾਨਾਂ ਦੀ ਦਿਓ, ਤਾਂ ਉਹ ਕਹਿੰਦੇ ਸੀ ਉਹ ਜਿਹੜੇ ਸੇਠ ਨੇ ਦਿੱਲੀ ਬੈਠੇ ਆ ਜਾਂ ਕਿ ਬੰਬੇ ਬੈਠੇ ਨੇ, ਕੋਈ ਉਹਨਾਂ ਦੀ ਉਹ ਕਿੱਡੀ ਪਰਚੀਆਂ ਦਿੱਤੀਆਂ ਕਿਸੇ ਕੰਮ ਨਹੀਂ ਆਈਆਂ। ਅੱਜ ਤੱਕ ਲੋਕਾਂ ਦੀ ਪੇਮੈਂਟਾਂ ਫਸੀਆਂ ਹੋਈਆਂ ਨੇ। ਉਸ ਤੋਂ ਮਾਰੇ ਹੋਏ ਕਿਸਾਨ ਅੱਜ ਆ ਸੜਕਾਂ ਤੇ ਆ ਕੇ ਬੈਠੇ ਆ ਵੀ ਇਹ ਕੰਟਰੈਕਟ ਫਾਰਮਿੰਗ ਇਸ ਲੈਵਲ ਦੇ ਉੱਤੇ ਫੇਲ ਹੋਊਗੀ। ਜਿਵੇਂ ਕੰਟਰੈਕਟ ਫਾਰਮਿੰਗ ਦੇ ਵਿੱਚ ਇਹਨਾਂ ਨੇ ਕਿਹਾ ਹੋਇਆ ਪਰਚੇਜ਼ ਕਰਾਂਗੇ, ਉਹਦੇ ਵਿੱਚ ਇਹਨਾਂ ਲਾਇਸੈਂਸ ਸਿਸਟਮ ਨਹੀਂ ਕੋਈ ਰੱਖਿਆ। ਕੋਈ ਵੀ ਆਧਾਰ ਕਾਰਡ ਲੈ ਕੇ ਆਪਣਾ ਤੇ ਕੋਈ ਵੀ ਕਰੋੜਾਂ ਦੀ ਫਸਲ ਖਰੀਦ ਸਕਦਾ ਤੇ ਕੱਲ ਨੂੰ ਉਹਦੀ ਪੇਮੈਂਟ ਦੀ ਗਾਰੰਟੀ ਕਿਹੜਾ ਦਊਗਾ? ਕਿਸਾਨ ਤਾਂ ਅੱਜ ਤੱਕ ਗੰਨੇ ਦੀ ਪੇਮੈਂਟ ਨਹੀਂ ਲੈ ਸਕੇ, ਜਿਹਦੇ ਬੌਂਡ ਬਣੇ ਹੋਏ ਆ, ਪਰਚੀਆਂ ਸਾਡੇ ਕੋਲ ਨੇ, ਗੌਰਮੈਂਟ ਦੀਆਂ ਕਾਰਪੋਰੇਟ ਮਿੱਲਾਂ ਨੇ ਜਾਂ ਪ੍ਰਾਈਵੇਟ ਮਿੱਲਾਂ, ਉਹਨਾਂ ਤੋਂ ਪੇਮੈਂਟਾਂ ਸਾਡੀਆਂ ਫਸ ਜਾਂਦੀਆਂ ਨੇ। ਤੇ ਵਿਜੇ ਮਾਲੀਆ ਵਰਗੇ ਕਿੰਨਾ ਹੀ ਅਰਬਾਂ ਕਰੋੜਾਂ ਜਹਾਜ਼ਾਂ ਦੀ ਫੈਕਟਰੀ ਚਲਾਉਣ ਵਾਲੇ ਇੱਥੋਂ ਭੱਜ ਗਏ, ਉਹਨਾਂ ਦੀ ਪੂਛ ਨਹੀਂ ਫੜ ਸਕੇ। ਤੇ ਜਿਹੜੇ ਸਾਡੇ ਆਧਾਰ ਕਾਰਡ ਦੇ ਉੱਤੇ ਕਰੋੜਾਂ ਅਰਬਾਂ ਦੀ ਫਸਲ ਇੱਕ ਸ਼ਹਿਰ 'ਚ ਮੰਡੀ ਦੀ ਘੱਟੋ ਘੱਟ 10-20 ਕਰੋੜ ਦੀ ਫਸਲ ਹੁੰਦੀ ਆ, ਜੇ ਉਹ ਇੱਕ ਆਧਾਰ ਕਾਰਡ ਦੇ ਫਸਲ ਖਰੀਦ ਕੇ ਚਲੇ ਗਿਆ ਤੇ ਮੁੜ ਕੇ ਕੰਟਰੈਕਟ ਕਿੱਥੋਂ ਰਹਿ ਜਾਊਗਾ? ਤੇ ਨਾ ਸਾਨੂੰ ਬੰਦਾ ਲੱਭੇ ਨਾ ਸਾਡੀ ਫਸਲ ਲੱਭੇ ਤੇ ਕਿਸਾਨ ਕਿਵੇਂ ਸਰਵਾਈਵ ਕਰ ਜਾਣਗੇ? ਗੌਰਮੈਂਟ ਕਿਹੋ ਜਿਹੀਆਂ ਪਾਲਿਸੀ ਬਣਾ ਰਹੀ ਉਹ ਤੁਹਾਡੇ ਸਾਹਮਣੇ ਆ। ਇਹੋ ਜਿਹੀਆਂ ਪਾਲਿਸੀਆਂ ਨਾਲ ਕਿਸਾਨ ਪਹਿਲਾਂ ਹੀ ਸਾਡੇ ਕੋਲ ਆੜ੍ਹਤੀ ਹੈਗੇ ਨੇ, ਉਹ ਹਾਲੇ ਮਤਲਬ ਇਸ ਗੱਲ ਤੇ ਸਾਡੀ ਗਰੰਟੀ ਚੱਕਦੇ ਨੇ। ਸਾਡੇ ਨਾਲ ਸੋਸ਼ਲ ਸਿਸਟਮ ਆ ਉਹਨਾਂ ਦਾ, ਸਾਡੇ ਨਾਲ ਆਰਥਿਕ ਸਿਸਟਮ ਜੁੜਿਆ ਹੋਇਆ। ਜਿਹੜੇ ਨਵੇਂ ਬੰਦੇ ਨਾਲ ਅਸੀਂ ਕਿਵੇਂ ਭਰੋਸਾ ਕਰ ਲਾਂਗੇ ਤੇ ਕਿਵੇਂ ਉਹ ਸਾਡੇ ਭਰੋਸੇ ਤੇ ਉਤਰ ਸਕਦਾ? ਇਹ ਸਰਕਾਰ ਨੂੰ ਇਹ ਸੋਚਣਾ ਚਾਹੀਦਾ। ਤੇ ਜਿਹੜੀ MSP ਜਿੱਥੇ ਵੀ MSP ਪਰਚੇਜ਼ ਹੁੰਦੀ ਆ, ਮੰਡੀ ਸਿਸਟਮ APMC ਮੰਡੀ ਹੈਗੀ ਆ, ਉਹ ਮੰਡੀ ਸਰਵਾਈਵ ਕਰ ਰਹੀ ਆ ਤੇ 95% ਫਸਲ ਹਮੇਸ਼ਾ MSP ਦੇ ਉੱਤੇ ਖਰੀਦੀ ਜਾਂਦੀ ਆ, ਤਾਂ ਉਹ 95% ਏਰੀਆ ਉਸ ਫਸਲਾਂ ਨਾਲ ਇਨਵੋਲਵਡ ਹੋ ਗਿਆ। ਅੱਜ ਵੀ ਜੇ ਪੰਜਾਬ ਹਰਿਆਣੇ UP ਦੀ ਗੱਲ ਕਰੀਏ, ਜਿਹੜੇ ਏਰੀਏ ਦੇ ਵਿੱਚ ਗੰਨਾ ਪਰਚੇਜ਼ ਕੀਤਾ ਜਾਂਦਾ ਉੱਥੇ ਗੰਨਾ ਵੱਧ ਲੱਗਦਾ, ਜਿੱਥੇ ਕਣਕ ਝੋਨਾ ਪਰਚੇਜ਼ ਕੀਤਾ ਜਾਂਦਾ ਉੱਥੇ ਕਣਕ ਝੋਨਾ ਲੱਗਦਾ। ਸਿਕਿਉਰਡ ਇਨਕਮ ਹੋਣ ਦੀ ਇੱਕ ਸ਼ਰਤ ਰਹਿ ਜਾਂਦੀ ਹੈ ਜਦੋਂ MSP ਹੁੰਦੀ ਆ। ਜਿਹਦੇ MSP ਉੱਡ ਜਾਂਦੀ ਆ, ਜੇ ਸਰਕਾਰ ਨਹੀਂ ਪਰਚੇਜ਼ ਕਰੂਗੀ ਕੰਟਰੈਕਟ ਫਾਰਮਿੰਗ ਉੱਥੇ ਬਿਲਕੁਲ ਫੇਲ ਹੋਊਗੀ, ਕਿਸਾਨ ਵੀ ਘਾਟੇ 'ਚ ਗਿਆ। ਦੂਜਾ ਜਿਹੜਾ ਕਹਿੰਦੇ ਆ ਲੀਜ਼ ਜਿਹੜੇ ਲੈਂਡ ਨੇ ਵੀ ਅਸੀਂ ਕੰਟਰੈਕਟ ਫਸਲਾਂ ਦਾ ਕਰਾਉਂਦੇ ਸੀ, ਜ਼ਮੀਨਾਂ ਦਾ ਨਹੀਂ ਕਰਾਉਂਦੇ। ਲਾਅ 'ਚ ਬਿਲਕੁਲ ਲਿਖਿਆ ਹੋਇਆ ਵੀ 500 ਕਿੱਲੇ ਦੇ FBOs ਬਣਨਗੇ, ਉਹ ਕੰਟਰੈਕਟ ਸਰਕਾਰ ਉਹਨਾਂ ਨੂੰ
ਨੂੰ ਠੇਕੇ ਤੇ ਲੈ ਕੇ ਜ਼ਮੀਨ ਦਊਗੀ। ਮੀਨਸ ਵੀ ਸਰਕਾਰ ਇੱਕ ਵਿਚੋਲੀਆ ਬਣੂਗੀ, ਵੱਡੀ ਕੰਪਨੀਆਂ ਦੇ ਜਿਹੜੀ ਆ ਕਾਰਪੋਰੇਟ ਘਰਾਣੇ ਨੇ ਵੀ ਉਹ ਉਹਨਾਂ ਨੂੰ ਜ਼ਮੀਨਾਂ ਲੈ ਕੇ ਜਿਹੜੇ ਰੇਟ ਤੇ ਵੀ ਸਰਕਾਰ ਤੈਅ ਕਰ ਦੂਗੀ, ਜ਼ਬਰਦਸਤੀ ਇੱਕ ਤਰ੍ਹਾਂ ਦੀਆਂ ਕਿਸਾਨਾਂ ਜ਼ਮੀਨਾਂ ਲੈ ਕੇ ਕੰਪਨੀ ਨੂੰ ਦੇ ਦੇਣਗੀਆਂ। ਤੇ ਉਹ ਕੰਪਨੀਆਂ ਵਾਸਤੇ ਐਡਾ ਵਧੀਆ ਲਾਅ ਬਣਾਇਆ ਹੋਇਆ ਸੀ ਵੀ ਉਹ ਸਾਡੀ ਜ਼ਮੀਨ ਲੈਣਗੇ, ਉੱਪਰ ਇਨਫਰਾਸਟ੍ਰਕਚਰ ਤਿਆਰ ਕਰਨਾ, ਟਿਊਬਵੈੱਲ ਲਾਉਣਾ ਜਾਂ ਕੋਈ ਸ਼ੈੱਡ ਬਣਾਉਣਾ ਜਾਂ ਕੁਛ ਵੀ ਤਰ੍ਹਾਂ ਦੀ ਜੋ ਪਾਈਪਲਾਈਨ ਵੀ ਵਿਛਾਉਣੀ ਆ ਜਾਂ ਪੱਧਰ ਕਰਨਾ, ਉਹ ਸਾਰਾ ਲੀਜ਼ ਉਹ ਲੈਂਡ ਨੂੰ ਡਿਵੈਲਪਮੈਂਟ ਦੇ ਨਾਮ ਦੇ ਉੱਤੇ ਇੱਕ ਲੀਜ਼ ਦਿੱਤੀ ਹੋਈ ਜ਼ਮੀਨ ਦੇ ਉੱਤੇ ਆਪਣਾ ਫਾਈਨੈਂਸ ਕਰਾ ਸਕਦੇ ਸੀ। ਤੇ ਉਹ ਫਾਈਨੈਂਸ ਦੇ ਵਿੱਚ ਜੇ ਉਹ ਫੇਲੀਅਰ ਹੋ ਜਾਂਦੇ ਆ, ਸਾਲ 2 ਸਾਲ ਜੇ ਕੰਪਨੀ ਭੱਜ ਜਾਂਦੀ ਆ, ਉਹਦੇ ਤੇ ਕੋਈ ਕਾਨੂੰਨ ਨਹੀਂ ਉਹ ਕੰਪਨੀ ਨੂੰ ਫੜਨ ਜੋਗਾ। ਤੇ ਹਮੇਸ਼ਾ ਬੈਂਕ ਜੋ ਜਿਹੜਾ ਲੀਜ਼ ਲਿੱਤਾ ਗਿਆ ਉਹ ਹਮੇਸ਼ਾ ਮਾਲਕ ਦੇ ਕੋਲ ਆ ਕੇ ਖੜ ਜੂਗਾ, ਲੋਨ ਉਹਨੂੰ ਉਤਾਰਨਾ ਪੈ ਜੂਗਾ ਤੇ ਉਹ ਕਿੱਡਾ ਵੱਡਾ ਘਾਟਾ ਪੈ ਸਕਦਾ ਫਾਰਮਰ ਨੂੰ। ਜਦੋਂ ਉਹਨੇ ਲੀਜ਼ ਤੇ ਦੇਤਾ, ਜਦੋਂ ਉਹਨੇ ਰੈਂਟ ਹੀ ਉਹਦੇ ਬੰਨ ਲਿਆ ਵੀ ਰੈਂਟ ਸਾਡੀ ਜ਼ਮੀਨ ਦਾ ਇਹ, ਉਸ ਤੋਂ ਬਾਅਦ ਜੇ ਉਹਨੂੰ ਪ੍ਰੋਫਿਟ ਹੋ ਗਿਆ ਫਿਰ ਤਾਂ ਕਰੀ ਜਾਊ, ਜੇ ਨਾ ਪ੍ਰੋਫਿਟ ਹੋਇਆ ਫਾਰਮਿੰਗ ਦੇ ਵਿੱਚ ਤਾਂ ਜਿਹਦੀ ਕੰਪਨੀ ਭੱਜ ਸਕਦੀ ਆ ਉਹ ਆਊਟ ਹੋ ਸਕਦੀ ਆ। ਕੰਟਰੈਕਟ ਫਿਰ ਇੱਕ ਪਾਸਾ ਆਪਾਂ ਕੰਟਰੈਕਟ ਕਹਿ ਸਕਦੇ ਆ ਵੀ ਕੰਪਨੀਜ਼ ਦੇ ਖਾਤਰ ਉਹ ਕੰਟਰੈਕਟ ਸਰਵਾਈਵ ਕਰ ਰਿਹਾ, ਕਿਸਾਨ ਨਹੀਂ ਉਹ ਚੋਂ ਭੱਜ ਸਕਦਾ ਤੇ ਕੰਪਨੀ ਜਦੋਂ ਮਰਜ਼ੀ ਭੱਜ ਸਕਦੀ ਆ ਤੇ ਉਹ ਕੰਟਰੈਕਟ ਆਪਣਾ ਫੇਲ ਕਰ ਸਕਦੀ ਆ। ਤੇ ਇਸ ਨਾਲ ਕਿਸਾਨ ਨੂੰ ਬਹੁਤ ਵੱਡਾ ਨੁਕਸਾਨ ਪਊਗਾ। ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਉਹਨਾਂ ਦੀ ਖਿਆਲਾਤ ਨੇ ਕੰਪਨੀਆਂ ਨੇ ਉਹ ਇਹ 'ਚ ਕਲੀਅਰ ਹੋ ਚੁੱਕੇ ਆ ਵੀ ਸਾਡੀ ਛੋਟੀ ਕਿਸਾਨੀ ਜਿਹੜੀ ਕਿ ਪੂਰੇ ਭਾਰਤ ਦੇ ਵਿੱਚ 2.5 ਕਿੱਲੇ ਤੋਂ ਲੈ ਕੇ 5 ਕਿੱਲੇ ਤੋਂ ਥੱਲੇ ਕਿਸਾਨੀ 85% ਸਰਵਾਈਵ ਹੋ ਰਹੀ ਆ। ਜਿਹੜੇ ਇਹ ਧੰਦਾ ਨਹੀਂ ਕਰਦੇ, ਇਹਦੇ 'ਚੋਂ ਰੋਟੀ ਗੁਜ਼ਾਰਾ ਹੀ ਕਰਦੇ ਨੇ, ਆਪ ਦੀ ਖਾਣ ਜੋਗੀ ਕਮਾਈਆਂ ਹੀ ਕਰਦੇ ਨੇ ਤੇ ਉਹਨਾਂ ਨੂੰ ਇਹਨਾਂ ਨੂੰ ਬਾਹਰ ਕੱਢਣ ਕੇ ਲੇਬਰਰ ਬਣਾ ਕੇ ਵੱਡੀਆਂ ਸ਼ਹਿਰਾਂ ਦੇ ਵਿੱਚ ਭੇਜਣਾ ਚਾਹੁੰਦੇ ਨੇ। ਪਿੰਡਾਂ ਦੇ ਵਿੱਚ ਡਿਵੈਲਪਮੈਂਟ ਨਾ ਕਰਕੇ ਸ਼ਹਿਰਾਂ ਨੂੰ ਆਬਾਦੀ ਕੱਢ ਕੇ ਤੇ ਕੰਪਨੀਆਂ ਨੂੰ ਐਡੀ ਕੀਮਤੀ ਲੈਂਡ ਜਿਹੜੀ ਇਹ ਸਾਡੀ ਇਰੀਗੇਟਡ ਲੈਂਡ ਨੇ ਹੋਰ ਨੇ ਇਹ ਦੇਣਾ ਚਾਹੁੰਦੇ ਨੇ। ਇਸ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਨੁਕਸਾਨ ਹੋਣ ਦਾ ਖਦਸ਼ਾ ਦੇਖ ਕੇ ਕਿਸਾਨ ਅੱਜ ਸੜਕਾਂ ਤੇ ਬੈਠਾ ਵੀ ਨਾ ਇਹ ਕੰਟਰੈਕਟ ਸਾਨੂੰ ਫਸਲਾਂ ਦੇ ਮਨਜ਼ੂਰ ਨੇ, ਨਾ ਸਾਨੂੰ ਕੰਟਰੈਕਟ ਫਾਰਮਿੰਗ ਮਨਜ਼ੂਰ ਆ, ਨਾ ਅਸੀਂ ਇਹ ਖੇਤ ਛੱਡ ਸਕਦੇ ਆ, ਨਾ ਅਸੀਂ ਇਹਨੂੰ ਕਿਸੇ ਸਰਕਾਰੀ ਅਦਾਰੇ ਦੇ ਥੱਲੇ ਦੇ ਕੇ ਉਹ ਦੇਣਾ ਚਾਹੁੰਦੇ ਆ। ਹੁਣ ਸੜਕਾਂ ਦੀ ਜਿਵੇਂ ਐਕਵਾਇਰੇਸ਼ਨ ਹੋ ਰਹੀ ਆ, ਵੱਡੇ ਸੜਕਾਂ ਬਣ ਰਹੀਆਂ, ਉਹਦੇ ਵਿੱਚ ਵੀ ਕਿਸਾਨਾਂ ਨਾਲ ਬਿਲਕੁਲ ਧੱਕਾ ਹੋ ਰਿਹਾ। ਜਿਹੜਾ ਕੁਝ ਵੀ ਨਾ ਮਾਤਰ ਜਿੰਨੀ ਮਾਰਕੀਟ ਵੈਲਿਊ ਹੁੰਦੀ ਆ ਉਨੀ ਵੀ ਨਹੀਂ ਮਿਲ ਰਹੀ। ਤੇ ਕੀ ਉਹ ਸੋਚ ਸਕਦੇ ਆ ਵੀ ਜਿਹੜੇ ਇਹਨਾਂ ਨੂੰ ਕੰਟਰੈਕਟ ਦਿਵਾਉਣਗੇ, ਜਿਵੇਂ ਅੱਜ ਏਅਰਟੈਲ ਆ, ਇੱਕ ਲੁਧਿਆਣੇ ਦੀ ਐਗਜ਼ਾਮਪਲ ਲੈ ਲਈਏ, ਉਹ ਮਾਤਰ 5 ਰੁਪਏ ਦੇ ਵਿੱਚ 1 ਏਕੜ ਸਾਲ ਲਈ ਏਅਰਟੈਲ ਕੰਪਨੀ ਨੂੰ ਦਿੱਤਾ ਹੋਇਆ ਫਾਰਮ ਬਣਾ ਕੇ। ਇਹੋ ਜਿਹੇ ਜੇ ਕੰਟਰੈਕਟ ਗਵਰਨਮੈਂਟ ਦੀ ਜ਼ਮੀਨ ਸੀ ਉਹਨੂੰ ਕੌਡੀਆਂ ਦੇ ਭਾਅ ਇੱਕ ਕੰਪਨੀ ਨੂੰ ਦਿੱਤਾ ਹੋਇਆ ਤੇ ਕੱਲ ਨੂੰ ਕਿਸਾਨ ਦੀ ਜ਼ਮੀਨ ਦੇਣਗੇ ਤੇ ਕਿਸਾਨ ਕਿਵੇਂ ਸਰਵਾਈਵ ਕਰਨਗੇ। ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀਆਂ ਕਿੰਨੀਆਂ ਐਗਜ਼ਾਮਪਲਸ ਨੇ ਜਿਹੜੇ ਵੱਡੇ ਲੈਂਡਸ ਇਹਨਾਂ ਨੇ ਵੱਡੀ ਕੰਪਨੀਆਂ ਨੂੰ ਇੱਕ ਦਿੱਤੇ ਹੋਏ ਨੇ। ਰਾਮਦੇਵ ਨੂੰ ਘੱਟੋ ਘੱਟ 200 ਏਕੜ ਦਾ ਲੈਂਡ ਇਹਨਾਂ ਨੇ 10 ਰੁਪਏ ਦੇ ਵਿੱਚ ਉੱਤਰਾਖੰਡ 'ਚ ਦਿੱਤਾ ਹੋਇਆ, ਇੱਕ ਲੀਜ਼ ਲੈਂਡ ਦੇ ਕੇ 200 ਏਕੜ ਉਹ ਤੇ ਆਪਣੀ ਫਾਰਮਿੰਗ ਕਰਨ ਨੂੰ। ਇਹ ਉਸ ਦਾ ਜਦੋਂ ਇਹ ਦੇਣੇ ਸ਼ੁਰੂ ਕੀਤੇ ਉਦੋਂ ਆਪਾਂ ਸਮਝ ਨਹੀਂ ਸਕੇ ਇਸ ਪਾਸੇ ਨੂੰ ਸਰਕਾਰ ਦਾ ਝੁਕਾਓ ਸੀ। ਅੱਜ ਉਹ ਲਿਆ ਕੇ ਕਾਨੂੰਨ ਸਾਬਤ ਕਰਤੇ, ਆਉਣ ਵਾਲੇ ਵਿੱਚ ਕਿਸਾਨਾਂ ਨੂੰ ਬਿਲਕੁਲ ਬਰਬਾਦੀ ਦੇ ਆਧਾਰ ਤੇ ਉੱਪਰ ਲੈ ਕੇ ਖੜਾ ਕਰ ਦੇਣਗੇ ਕਾਨੂੰਨ। ਕਿਸਾਨ ਏਕਤਾ ਜ਼ਿੰਦਾਬਾਦ।